ਹੈਲੋ ਪ੍ਰੇਜ਼ ਦ ਲਾਰਡ ਸ਼ਾਲੋਮ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਅਸੀਂ ਇੱਕ ਵਾਰ ਫਿਰ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਇੱਕ ਵਾਰ ਫਿਰ ਸਾਨੂੰ ਸਮਾਂ ਬਖਸ਼ਿਆ ਕਿ ਅਸੀਂ ਪਰਮੇਸ਼ਰ ਪਿਤਾ ਦੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਨਾਲ ਤੁਹਾਡੇ ਸਨਮੁਖ ਆ ਸਕੀਏ। ਅਸੀਂ ਸਭ ਦਾ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਵਿੱਚ ਸਵਾਗਤ ਕਰਦੇ ਹਾਂ ਜੋ ਤੁਸੀਂ ਅੱਜ ਪਰਮੇਸ਼ਰ ਦੇ ਵਚਨ ਨੂੰ ਸੁਣਨ ਜਾ ਰਹੇ ਹੋ। ਆਓ ਅਸੀਂ ਪਰਮੇਸ਼ਰ ਦੇ ਲਈ ਆਪਣੇ ਦਿਲ ਨੂੰ ਖੋਲ੍ਹੀਏ ਔਰ ਅੱਜ ਉਹਨਾਂ ਵਚਨਾਂ ਨੂੰ ਸਿੱਖਣ ਦੇ ਲਈ ਜੋ ਪਰਮੇਸ਼ਰ ਸਾਨੂੰ ਦੇਣ ਜਾ ਰਹੇ ਨੇ ਆਪਣੇ ਦਿਲ ਵਿੱਚ ਉਸ ਨੂੰ ਗ੍ਰਹਿਣ ਕਰਨ ਲਈ ਆਪਣੇ ਦਿਲ ਨੂੰ ਖੋਲ੍ਹੀਏ। ਮੈਂ ਚਾਹੁੰਦਾ ਕਿ ਤੁਸੀਂ ਸਾਰੇ ਵਚਨ ਬੜੇ ਧਿਆਨ ਦੇ ਨਾਲ ਸੁਣੋ ਕਿਉਂਕਿ ਪਰਮੇਸ਼ਰ ਦਾ ਵਚਨ ਜਦ ਤੱਕ ਅਸੀਂ ਪੂਰੀ ਰੀਤੀ ਨਾਲ ਜੋ ਮੈਸੇਜ ਪਰਮੇਸ਼ਰ ਸਾਨੂੰ ਦਿੰਦਾ ਹੈ ਜਦ ਤੱਕ ਅਸੀਂ ਉਸ ਨੂੰ ਪੂਰਾ ਨਹੀਂ ਸੁਣਦੇ ਤਾਂ ਅਸੀਂ ਗੱਲ ਨੂੰ ਸਮਝ ਨਹੀਂ ਪਾਵਾਂਗੇ। ਸੋ ਮੈਂ ਬੇਨਤੀ ਕਰਦਾ ਕਿ ਪਰਮੇਸ਼ਰ ਦਾ ਵਚਨ ਪੂਰੀ ਰੀਤੀ ਨਾਲ ਪੂਰਾ ਧਿਆਨ ਦੇ ਨਾਲ ਸੁਣੋ ਔਰ ਕੁਝ ਪਲਾਂ ਲਈ ਅਸੀਂ ਆਪਣਾ ਜਿਹੜਾ ਸਮਾਂ ਆ ਉਹ ਪਰਮੇਸ਼ਰ ਲਈ ਦਈਏ। ਆਓ ਅਸੀਂ ਪਰਮੇਸ਼ਰ ਦੇ ਵਚਨ ਵਿੱਚ ਜਾਈਏ। ਪਰਮੇਸ਼ਰ ਦਾ ਵਚਨ ਦੱਸਦਾ ਹੈ ਜਦੋਂ ਅਸੀਂ ਯਾਕੂਬ ਦੀ ਕਿਤਾਬ ਦੇ ਵਿੱਚ ਉਹਦੇ 5 ਤੇ 6 ਵਚਨ ਨੂੰ ਪੜ੍ਹਦੇ ਹਾਂ, ਇਸੇ ਪ੍ਰਕਾਰ ਜੀਭ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੀ ਫੌਟ ਮਾਰਦੀ ਹੈ। ਵੇਖੋ ਕਿੱਡਾ ਵੱਡਾ ਬਣ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ। ਜੀਭ ਵੀ ਇੱਕ ਅੱਗ ਹੈ। ਸਾਡੇ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਵ ਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ। ਮੈਂ ਪ੍ਰਭੂ ਪਰਮੇਸ਼ਰ ਦਾ ਧੰਨਵਾਦ ਕਰਦਾ ਜੋ ਯਾਕੂਬ ਦੀ ਕਿਤਾਬ ਭਾਵੇਂ ਛੋਟੀ ਜਿਹੀ ਕਿਤਾਬ ਹੈ ਪਰ ਇੱਕ ਘੜੇ ਦੇ ਵਿੱਚ ਜਿਵੇਂ ਸਮੁੰਦਰ ਭਰਿਆ ਹੋਵੇ ਇਸ ਤਰ੍ਹਾਂ ਅਸੀਂ ਯਾਕੂਬ ਦੀ ਕਿਤਾਬ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੂੰ ਸਿੱਖਦੇ ਹਾਂ। ਪਰਮੇਸ਼ਰ ਦਾ ਵਚਨ ਸੱਚਮੁੱਚ ਸਾਨੂੰ ਜ਼ਿੰਦਗੀ ਦਿੰਦਾ ਹੈ, ਸਾਨੂੰ ਸਮਝ ਦਿੰਦਾ ਹੈ। ਸਾਨੂੰ ਪਰਮੇਸ਼ਰ ਦੇ ਵਚਨ ਦੇ ਦੁਆਰਾ ਹੀ ਪ੍ਰਕਾਸ਼ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਿਵੇਂ ਅੱਗੇ ਚੱਲਣਾ ਹੈ। ਅਸੀਂ ਹੁਣੇ ਪਰਮੇਸ਼ਰ ਦੇ ਵਚਨ ਵਿੱਚੋਂ ਵੇਖਿਆ ਕਿ ਸਾਡੇ ਮੂੰਹ ਦੇ ਸ਼ਬਦਾਂ ਦੇ ਵਿੱਚ ਬੜੀ ਪਾਵਰ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੇ ਮੂੰਹ ਦੇ ਜਿਹੜੇ ਸ਼ਬਦ ਨੇ ਉਹ ਬੜੇ ਪ੍ਰਭਾਵਸ਼ਾਲੀ ਨੇ, ਬੜੇ ਪਾਵਰਫੁਲ ਨੇ। ਤੁਹਾਡੇ ਮੂੰਹ ਦੇ ਵਿੱਚ ਪਰਮੇਸ਼ਰ ਨੇ ਸਾਮਰਥ ਰੱਖੀ ਹੈ ਔਰ ਇਹ ਸਾਮਰਥ ਤੁਹਾਡੀ ਜੀਭ ਦੇ ਵਿੱਚ ਹੈ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜੀਭ ਜਿਹੜੀ ਹੈ ਇਹ ਭਾਵੇਂ ਛੋਟਾ ਜਿਹਾ ਅੰਗ ਹੈ ਪਰ ਇਸ ਦਾ ਜਿਹੜਾ ਕੰਮ ਹੈ ਉਹ ਬਹੁਤ ਵੱਡਾ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਚਾਹੇ ਜੰਗਲ ਕਿੱਡਾ ਵੀ ਵੱਡਾ ਹੋਵੇ ਲੇਕਿਨ ਇੱਕ ਛੋਟੀ ਜਿਹੀ ਅੱਗ ਦੀ ਚੰਗਿਆੜੀ ਉਸ ਨੂੰ ਅੱਗ ਲਾ ਸਕਦੀ ਹੈ। ਇਸੇ ਪ੍ਰਕਾਰ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜੀਭ ਇੱਕ ਛੋਟਾ ਜਿਹਾ ਅੰਗ ਹੈ ਲੇਕਿਨ ਇਹ ਬਹੁਤ ਵੱਡਾ ਕੰਮ ਕਰਦੀ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਸਾਡੀ ਜੀਭ ਜਿਹੜੀ ਹੈ ਉਹ ਕਿਸ ਤਰ੍ਹਾਂ ਅਸੀਂ ਇਸਤੇਮਾਲ ਕਰਦੇ ਹਾਂ। ਕਈ ਵਾਰੀ ਅਸੀਂ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਵੀ ਜਦੋਂ ਗੱਲਾਂ ਕਰਦੇ ਹਾਂ ਵੇਖਦੇ ਹਾਂ ਤਾਂ ਮਹਿਸੂਸ ਹੁੰਦਾ ਹੈ, ਅਹਿਸਾਸ ਹੁੰਦਾ ਹੈ ਇਸ ਗੱਲ ਦਾ ਕਿ ਵਿਸ਼ਵਾਸੀ ਨਹੀਂ ਜਾਣਦੇ ਕਿ ਜੋ ਅਸੀਂ ਕੀ ਬੋਲਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਜੋ ਅਸੀਂ ਬੋਲਦੇ ਹਾਂ ਉਹਦਾ ਜਿਹੜਾ ਤੱਤ ਹੈ ਉਹ ਮਰ ਨਹੀਂ ਜਾਂਦਾ। ਸਪਿਰਚੁਅਲੀ ਅਸੀਂ ਇਸ ਗੱਲ ਨੂੰ ਵੇਖੀਏ ਤਾਂ ਸਾਡੀਆਂ ਜਿਹੜੀਆਂ ਸ਼ਬਦ ਨੇ ਸਾਡੇ ਸ਼ਬਦਾਂ ਦੇ ਤੱਤ ਜਿਹੜੇ ਨੇ ਉਹ ਜਿਉਂਦੇ ਰਹਿੰਦੇ ਨੇ। ਔਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜੀਭ ਇੱਕ ਇਹੋ ਜਿਹਾ ਅੰਗ ਹੈ ਕਿ ਜਿਹੜਾ ਵਿਅਕਤੀ ਇਸ ਜੀਭ ਨੂੰ ਸਹੀ ਵਰਤੋਂ ਨਾਲ ਆਤਮਿਕ ਰੀਤੀ ਨਾਲ ਵਰਤੋਂ ਵਿੱਚ ਲਿਆਉਂਦਾ ਹੈ ਉਹ ਜਾਣਦਾ ਹੈ ਕਿ ਬਾਈਬਲ ਸਾਨੂੰ ਕੀ ਸਿਖਾਉਂਦੀ ਹੈ ਤੇ ਅਸੀਂ ਇਸ ਦਾ ਜੀਭ ਦਾ ਇਸਤੇਮਾਲ ਕਰਕੇ ਕਿਵੇਂ ਅਸੀਂ ਪਰਮੇਸ਼ਰ ਤੋਂ ਬਰਕਤ ਪਾ ਸਕਦੇ ਹਾਂ, ਕਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਪਰਮੇਸ਼ਰ ਤੋਂ ਆਸ਼ੀਸ਼ ਪਾ ਸਕਦੇ ਹਾਂ, ਕਿਵੇਂ ਅਸੀਂ ਆਪਣੀ ਜੀਭ ਦਾ ਸਹੀ ਇਸਤੇਮਾਲ ਕਰਕੇ ਸਦੀਪਕ ਜੀਵਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਸਕਦੇ ਹਾਂ। ਸੋ ਮੇਰੇ ਪਿਆਰੇ ਭੈਣੋ ਭਰਾਵੋ, ਕਈ ਵਾਰ ਅਸੀਂ ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਆਪਣੀ ਜੀਭ ਦੇ ਨਾਲ ਨੈਗੇਟਿਵ ਗੱਲਾਂ ਕਰਦਿਆਂ ਵੇਖਦੇ ਹਾਂ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਭਾਵੇਂ ਉਹ ਵਿਸ਼ਵਾਸ ਵਿੱਚ ਹੁੰਦੇ ਨੇ ਪਰ ਵਿਸ਼ਵਾਸ ਵਿੱਚ ਹੋਣ ਦੇ ਬਾਵਜੂਦ ਵੀ ਉਹ ਕਈ ਚੀਜ਼ਾਂ ਲਈ ਨਾ ਦੇ ਬਰਾਬਰ ਜਾਨੀ ਨਕਾਰਾਤਮਕ ਗੱਲਾਂ ਉਹਨਾਂ ਦੇ ਜੀਵਨ 'ਚ ਹੁੰਦੀਆਂ ਨੇ। ਨਹੀਂ ਇਹ ਨਹੀਂ ਹੋ ਸਕਦਾ, ਇਸ ਤਰ੍ਹਾਂ ਕਦੇ ਨਹੀਂ ਹੋਣਾ। ਬੇਸ਼ੱਕ ਉਹ ਸਾਡੇ ਲਈ ਹੋਣਾ ਚਾਹੀਦਾ ਲੇਕਿਨ ਉਹਨਾਂ ਦਾ ਸ਼ਬਦ ਹਮੇਸ਼ਾ ਇਹ ਹੁੰਦਾ ਕਿ ਸ਼ਾਇਦ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋਵੇਗਾ, ਉਹ ਨਹੀਂ ਮੰਨੇਗਾ। ਜੇ ਮੈਂ ਉਸ ਨੂੰ ਪਰਮੇਸ਼ਰ ਦਾ ਵਚਨ ਦੱਸਾਂ ਵੀ ਤਾਂ ਸ਼ਾਇਦ ਉਹ ਮੇਰਾ ਵਿਸ਼ਵਾਸ ਨਹੀਂ ਕਰਨਗੇ। ਤਾਂ ਇਸ ਤਰ੍ਹਾਂ ਦੀ ਸੋਚ ਜਿਹੜੀ ਹੈ ਉਹ ਸਾਨੂੰ ਹਮੇਸ਼ਾ ਗਿਰਾਵਟ ਵਿੱਚ ਲੈ ਕੇ ਜਾਂਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਵੇਂ ਇਨਸਾਨ ਆਪਣੇ ਮਕਸਦ ਤੋਂ ਗਿਰ ਗਿਆ ਹੈ ਲੇਕਿਨ ਪਰਮੇਸ਼ਰ ਦਾ ਮਕਸਦ ਤੁਹਾਡੇ ਲਈ ਤੇ ਸਾਡੇ ਲਈ ਬਦਲਿਆ ਨਹੀਂ ਹੈ। ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਜਿਹੜਾ ਅਸੀਂ ਜਦੋਂ 6 ਆਇਤ ਨੂੰ ਇਸ ਜਗ੍ਹਾ ਤੇ ਵੇਖਦੇ ਹਾਂ ਤਾਂ ਬਹੁਤ ਸੋਹਣੀ ਗੱਲ ਲਿਖੀ ਹੈ, ਜੀਭ ਵੀ ਇੱਕ ਅੱਗ ਹੈ। ਸਾਡੇ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ ਜਿਹੜੀ ਸਾਰੀ ਦੇਹ ਨੂੰ ਦਾਗ ਲਾਉਂਦੀ ਹੈ ਤੇ ਭਵ ਚੱਕਰ ਨੂੰ ਅੱਗ ਲਾ ਦਿੰਦੀ ਹੈ ਪਰ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ। ਸੋ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਜੀਭ ਹੈ, ਜਦੋਂ ਉਹ ਨਕਾਰਾਤਮਕ ਗੱਲਾਂ ਵਿੱਚ, ਜਦੋਂ ਨੈਗੇਟਿਵਿਟੀ ਦੇ ਵਿੱਚ ਚਲੀ ਜਾਂਦੀ ਹੈ, ਜਦੋਂ ਜੀਭ ਜਿਹੜੀ ਹੈ ਉਹ ਸਹੀ ਉਚਾਰਨ ਨਹੀਂ ਕਰਦੀ, ਜਦੋਂ ਜੀਭ ਤੁਹਾਡੀ ਹਮੇਸ਼ਾ ਆਪਣੇ ਲਈ ਤੇ ਦੂਜਿਆਂ ਲਈ ਉਹ ਸ਼ਰਾਪ ਬੋਲਦੀ ਹੈ, ਜਦੋਂ ਜੀਭ ਤੁਹਾਡੀ ਜ਼ਿੰਦਗੀ ਦੇ ਲਈ ਚੰਗੇ ਸ਼ਬਦ ਨਹੀਂ ਬੋਲਦੀ, ਜਦੋਂ ਤੁਸੀਂ ਆਪਣੀ ਜੀਭ ਦੇ ਵਿੱਚੋਂ ਬੁਰੇ ਸ਼ਬਦਾਂ ਨੂੰ ਲਿਆਉਂਦੇ ਹੋ ਤਾਂ ਉਹ ਤੁਹਾਡੇ ਜੀਵਨ ਦੇ ਭਵ ਚੱਕਰ ਨੂੰ ਬਾਈਬਲ ਦੱਸਦੀ ਹੈ ਕਿ ਅੱਗ ਲਾ ਦਿੰਦੀ ਹੈ।
ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਆਪ ਉਹ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ। ਗੌਰ ਨਾਲ ਸੁਣੀਏ, ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਜੀਭ ਹੀ ਸਾਡੇ ਲਈ, ਇੱਕ ਗੱਲ ਸੋਚੀ ਜਾਵੇ ਤਾਂ ਜੀਭ ਹੀ ਇਨਸਾਨ ਨੂੰ ਨਰਕ ਦੀ ਅੱਗ ਦੇ ਵਿੱਚ ਲੈ ਜਾਂਦੀ ਹੈ। ਸੋ ਆਪਣੀ ਜੀਭ ਦੇ ਉੱਤੇ ਬਹੁਤ ਸਾਰੇ ਲੋਕ ਕੰਟਰੋਲ ਨਹੀਂ ਕਰ ਸਕਦੇ ਔਰ ਆਪਣੀ ਜੀਭ ਨੂੰ ਜਿਸ ਕੰਮ ਲਈ ਇਸਤੇਮਾਲ ਕਰਨਾ ਹੈ ਉਹਦੇ ਲਈ ਇਸਤੇਮਾਲ ਨਹੀਂ ਕਰਦੇ, ਪਰ ਉਸ ਤੋਂ ਉਲਟ ਉਹ ਨਿਰਾਸ਼ਾ ਭਰੀਆਂ ਗੱਲਾਂ ਆਪਣੇ ਮੂੰਹ ਤੋਂ ਹਮੇਸ਼ਾ ਬੋਲਦੇ ਰਹਿੰਦੇ ਨੇ। ਧਿਆਨ ਦਿਓ ਇਸ ਗੱਲ ਤੇ, ਪਰਮੇਸ਼ਵਰ ਸਾਨੂੰ ਆਪਣੇ ਵਚਨਾਂ ਦੇ ਰਾਹੀਂ ਸਿਖਾਉਂਦੇ ਨੇ ਕਿ ਜੀਭ ਜਿਹੜੀ ਹੈ ਇਹ ਛੋਟਾ ਜਿਹਾ ਅੰਗ ਹੈ ਲੇਕਿਨ ਬਹੁਤ ਵੱਡੇ ਵੱਡੇ ਫੌੜ ਮਾਰਦੀ ਹੈ। ਤਾਂ ਗੌਰ ਨਾਲ ਸੁਣਨਾ, ਅੱਜ ਬਹੁਤ ਸਾਰੇ ਲੋਕ ਤੁਹਾਡਾ ਭਵਿੱਖ ਦੱਸ ਦਿੰਦੇ ਨੇ। ਕਈ ਲੋਕ ਇਸ ਲਈ ਕਨਫਿਊਜ਼ ਹੋ ਜਾਂਦੇ ਨੇ ਕਿ ਉਸ ਬੰਦੇ ਨੇ ਮੇਰਾ ਹੱਥ ਦੇਖਿਆ ਜਾਂ ਮੇਰਾ ਕੋਈ ਕਾਗਜ਼ ਦੇਖਿਆ ਤੇ ਉਹਨੇ ਮੇਰਾ ਭਵਿੱਖ ਦੱਸ ਦਿੱਤਾ। ਮੈਂ ਕਈ ਵਾਰ ਇਸ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਸਾਡੀ ਜੀਭ ਦੇ ਵਿੱਚੋਂ ਜਿਹੜੀਆਂ ਗੱਲਾਂ ਅਸੀਂ ਹਮੇਸ਼ਾ ਬੋਲਦੇ ਰਹਿੰਦੇ ਹਾਂ, ਉਹਨਾਂ ਗੱਲਾਂ ਨੂੰ ਸ਼ੈਤਾਨ ਫੜ ਕੇ ਉਹੀ ਗੱਲਾਂ ਤੋਂ ਤੁਹਾਨੂੰ ਤੁਹਾਡਾ ਭਵਿੱਖ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਪਰ ਯਾਦ ਰੱਖੋ, ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਤੁਹਾਡਾ ਭਵਿੱਖ ਜਿਹੜਾ ਉਹ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ। ਤੁਹਾਡਾ ਭਵਿੱਖ ਉਸ ਤੋਂ ਕਿਤੇ ਜ਼ਿਆਦਾ ਉੱਤਮ ਹੈ। ਪਰਮੇਸ਼ਰ ਨੇ ਚਾਹੇ ਤੇ ਮੈਂ ਤੁਹਾਨੂੰ ਦੱਸਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਭਵਿੱਖ ਹੈ ਜਾਂ ਤੁਹਾਡੀ ਜਿਹੜੀ ਕਿਸਮਤ ਹੈ ਉਹ ਕਿਸ ਤਰ੍ਹਾਂ ਦੀ ਹੈ। ਪਰਮੇਸ਼ਰ ਚਾਹੇਗਾ ਤੇ ਮੈਂ ਤੁਹਾਨੂੰ ਜ਼ਰੂਰ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਕਿਸਮਤ ਦੇ ਬਾਰੇ ਦੱਸਾਂਗਾ, ਜੋ ਬਾਈਬਲ ਸਾਨੂੰ ਦੱਸਦੀ ਕਿ ਸਾਡੀ ਕਿਸਮਤ ਕਿਹੋ ਜਿਹੀ ਹੈ। ਬਹੁਤ ਸਾਰੇ ਲੋਕ ਆਪਣੀ ਜੀਭ ਤੋਂ ਕਿਸਮਤ ਦੇ ਲਈ ਬੋਲਦੇ ਰਹਿੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਨੂੰ ਬੋਲਦੇ ਰਹਿੰਦੇ ਨੇ, ਪਰ ਮੈਂ ਤੁਹਾਨੂੰ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਜੋ ਪਰਮੇਸ਼ਰ ਤੁਹਾਡੇ ਲਈ ਪਲੈਨਿੰਗ ਰੱਖਦੇ ਨੇ। ਪਰਮੇਸ਼ਰ ਦੀ ਮਰਜ਼ੀ ਇਹ ਹੈ ਕਿ ਅਸੀਂ ਆਪਣੀ ਜੀਭ ਦੀ ਵਰਤੋਂ ਸਹੀ ਤਰੀਕੇ ਨਾਲ ਕਰੀਏ। ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਆਪਣੀ ਜੀਭ ਨੂੰ ਵਿਸ਼ਵਾਸ ਨਾਲ ਭਰ ਲਵੋ ਅਤੇ ਇਸ ਜੀਭ ਨੂੰ ਪਰਮੇਸ਼ਵਰ ਦੀ ਉਸਤਤ ਲਈ ਇਸਤੇਮਾਲ ਕਰੋ ਤੇ ਇਸ ਜੀਭ ਤੋਂ ਪ੍ਰਭੂ ਯੀਸ਼ੂ ਮਸੀਹ ਦਾ ਇਕਰਾਰ ਕਰੋ ਤੇ ਇਸ ਜੀਭ ਦੇ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਪੜੋ ਔਰ ਬੋਲੋ ਆਪਣੇ ਮੂੰਹ ਤੋਂ, ਤਾਂ ਉਹ ਜੀਭ ਤੁਹਾਡੇ ਲਈ ਜੀਵਨਦਾਇਕ ਹੋ ਜਾਏਗੀ। ਬਾਈਬਲ ਸਾਨੂੰ ਬਹੁਤ ਹੀ ਖੂਬਸੂਰਤੀ ਨਾਲ ਦੱਸਦੀ ਹੈ ਕਿ ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ, ਧਿਆਨ ਦਿਓ, ਬਹੁਤ ਸਾਰੇ ਲੋਕ ਪ੍ਰਾਰਥਨਾ ਤਾਂ ਕਰਦੇ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੁੰਦਾ ਕਿ ਜੋ ਅਸੀਂ ਪ੍ਰਾਰਥਨਾ ਕੀਤੀ ਹੈ ਕਿ ਪਰਮੇਸ਼ਰ ਉਹ ਕਰ ਸਕਦਾ ਹੈ। ਉਹ ਸਿਰਫ ਇੱਕ ਫਾਰਮੈਲਿਟੀ ਲਈ ਪ੍ਰਾਰਥਨਾ ਕਰਦੇ ਨੇ। ਜੇ ਦੂਜੇ ਲੋਕ ਪ੍ਰਾਰਥਨਾ ਕਰਦੇ ਨੇ ਤਾਂ ਮੈਨੂੰ ਵੀ ਪ੍ਰਾਰਥਨਾ ਕਰ ਲੈਣੀ ਚਾਹੀਦੀ ਹੈ, ਇਹ ਸੋਚ ਕੇ ਕਿ ਅਸੀਂ ਵੀ ਉਹਨਾਂ ਸ਼ਬਦਾਂ ਦੀ ਵਰਤੋਂ ਕਰ ਲੈਂਦੇ ਹਾਂ ਜੋ ਦੂਜਿਆਂ ਨੇ ਵਰਤੇ ਹੁੰਦੇ ਨੇ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਉਹਨਾਂ ਸ਼ਬਦਾਂ ਤੇ ਵਿਸ਼ਵਾਸ ਹੈ ਕਿ ਜੋ ਤੁਸੀਂ ਆਪਣੀ ਜੀਭ ਤੋਂ ਬੋਲੇ ਨੇ ਉਹ ਸਭ ਹੋਣਗੇ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਪ੍ਰਾਰਥਨਾ ਕਰ ਲੈਂਦੇ ਨੇ ਤੇ ਪ੍ਰਾਰਥਨਾ ਹਜੇ ਆਮੀਨ ਹੋਈ ਹੁੰਦੀ ਹੈ ਤੇ ਨਾਲ ਹੀ ਉਹ ਦੁਬਾਰਾ ਸ਼ੁਰੂ ਹੋ ਜਾਂਦੇ ਨੇ ਉਸੇ ਗੱਲ ਨੂੰ ਲੈ ਕੇ ਜਿਸ ਗੱਲ ਲਈ ਉਹਨਾਂ ਨੇ ਪਹਿਲਾਂ ਪ੍ਰਾਰਥਨਾ ਕੀਤੀ ਹੈ। ਪ੍ਰਾਰਥਨਾ ਤਾਂ ਕੀਤੀ ਹੈ ਕਿ ਪਰਮੇਸ਼ਰ ਮੇਰੇ ਲਈ ਤੂੰ ਇਹ ਕਰ ਦਿੱਤਾ, ਮੈਂ ਵਿਸ਼ਵਾਸ ਕਰਦਾ, ਪਰ ਬਾਅਦ ਦੇ ਵਿੱਚ ਉਸੇ ਵਕਤ ਉਹ ਕੀ ਕਰਦੇ ਨੇ, ਆਪਣੀਆਂ ਗੱਲਾਂ ਨਾਲ ਉਸ ਪ੍ਰਾਰਥਨਾ ਨੂੰ ਰੱਦ ਕਰ ਦਿੰਦੇ ਨੇ ਔਰ ਫਿਰ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਬਹੁਤ ਔਖਾ ਆ, ਵੈਸੇ ਅਸੀਂ ਚਲੋ ਪਰਮੇਸ਼ਰ ਤੇ ਆਸ ਰੱਖਦੇ ਹਾਂ, ਪਰਮੇਸ਼ਰ ਕਰੇਗਾ, ਪਰਮੇਸ਼ਰ ਸ਼ਾਇਦ ਕਰ ਦੇਵੇ। ਤਾਂ ਆਪਣੇ ਮੂੰਹ ਤੋਂ ਅਸੀਂ ਨੈਗੇਟਿਵ ਗੱਲਾਂ ਲਿਆ ਕੇ ਅਸੀਂ ਆਪਣੀ ਪ੍ਰਾਰਥਨਾ ਨੂੰ ਰੱਦ ਕਰਦੇ ਹਾਂ। ਤਾਂ ਬਾਈਬਲ ਸਾਨੂੰ ਕੀ ਦੱਸਦੀ ਹੈ ਕਿ ਸਾਡੇ ਮੂੰਹ ਦੇ ਸ਼ਬਦਾਂ ਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਉਹ ਕਿਸ ਤਰ੍ਹਾਂ, ਜੈਸੇ ਕਿ ਅਸੀਂ ਦੇਖਦੇ ਹਾਂ ਮਰਕੁਸ ਦੀ ਕਿਤਾਬ ਦੇ 11-23 ਵਚਨ ਦੇ ਵਿੱਚ ਇੱਥੇ ਲਿਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਾਈ, ਜੋ ਕੋਈ ਇਸ ਪਹਾੜ ਨੂੰ ਕਹੇ ਤੇ ਉੱਠ ਤੇ ਸਮੁੰਦਰ ਵਿੱਚ ਜਾ ਪਾਓ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਪ੍ਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹੁੰਦੀਆਂ ਹਨ ਤਾਂ ਉਹਦੇ ਲਈ ਹੋ ਜਾਵੇਗਾ। ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ। ਕਈ ਵਾਰ ਸਾਡੇ ਲਈ ਉਹ ਗੱਲਾਂ ਜਿਹੜੀਆਂ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਦੇ ਵਿੱਚ ਕਰਦੇ ਹਾਂ ਉਹ ਸਾਡੇ ਸਾਹਮਣੇ ਵਿਖਾਈ ਤਾਂ ਨਹੀਂ ਦੇ ਰਹੀਆਂ ਹੁੰਦੀਆਂ, ਪਰ ਸਾਨੂੰ ਆਸ ਤੇ ਵਿਸ਼ਵਾਸ ਰੱਖਣ ਦੀ ਲੋੜ ਹੈ ਕਿ ਜੋ ਕੁਝ ਮੈਂ ਆਖਦਾ ਹਾਂ ਉਹ ਹੁੰਦਾ ਹੈ, ਉਹ ਹੋਵੇਗਾ ਔਰ ਜ਼ਰੂਰ ਹੋਵੇਗਾ। ਬੇਸ਼ੱਕ ਉਹ ਅੱਜ ਦਿਖਾਈ ਨਹੀਂ ਦੇ ਰਿਹਾ, ਪਰ ਉਹ ਕੁਝ ਸਮੇਂ ਬਾਅਦ ਹੋ ਸਕਦਾ, ਕੁਝ ਹਫ਼ਤਿਆਂ ਬਾਅਦ ਹੋ ਸਕਦਾ, ਕੁਝ ਮਹੀਨਿਆਂ ਬਾਅਦ ਤੇ ਕੁਝ ਸਾਲਾਂ ਬਾਅਦ ਪਰਮੇਸ਼ਰ ਉਹ ਸਭ ਕੁਝ ਕਰਕੇ ਵਿਖਾਵੇਗਾ। ਜਿਸ ਨੇ ਪਰਮੇਸ਼ਵਰ ਨੇ ਸਾਨੂੰ ਵਾਅਦਾ ਕੀਤਾ ਹੈ ਕਿ ਮੰਗੋ ਤੁਹਾਨੂੰ ਦਿੱਤਾ ਜਾਵੇਗਾ, ਤਾਂ ਉਸੇ ਪਰਮੇਸ਼ਰ ਨੇ ਆਖਿਆ ਹੈ ਕਿ ਤੁਸੀਂ ਪ੍ਰਤੀਤ ਕਰੋ ਕਿ ਜੋ ਕੁਝ ਤੁਸੀਂ ਮੰਗਦੇ ਹੋ ਤਾਂ ਤੁਹਾਨੂੰ ਪ੍ਰਤੀਤ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਮਿਲ ਗਿਆ ਹੈ। ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਕੁਝ ਮੈਂ ਪਰਮੇਸ਼ਰ ਤੋਂ ਮੰਗਿਆ ਹੈ ਔਰ ਜੋ ਕੁਝ ਮੈਂ ਆਖਦਾ ਹਾਂ ਉਹ ਹੁੰਦਾ ਹੈ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਮੂੰਹ ਤੋਂ ਜੋ ਮਰਜ਼ੀ ਕਹੋਗੇ ਤੇ ਹੋ ਜਾਏਗਾ। ਜੇ ਤੁਸੀਂ ਆਪਣੇ ਲਈ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਹਨਾਂ ਗੱਲਾਂ ਨੂੰ ਜੋ ਪਰਮੇਸ਼ਰ ਚਾਹੁੰਦੇ ਨੇ ਕਿ ਅਸੀਂ ਬੋਲੀਏ ਔਰ ਸਾਡੇ ਮੂੰਹ 'ਚ ਉਹ ਗੱਲਾਂ ਹੋਣੀਆਂ ਚਾਹੀਦੀਆਂ ਨੇ, ਸਾਡੇ ਨੇਚਾ ਦੇ ਵਿੱਚ ਅਸੀਂ ਚੱਲਣਾ ਹੈ, ਨੇਚਾ ਦੇ ਵਿੱਚ ਬੋਲਣਾ ਹੈ, ਨੇਚਾ ਦੇ ਦੁਆਰਾ ਅਸੀਂ ਜਿਉਣਾ ਹੈ। ਜੇ ਸਾਡੇ ਜੀਵਨ ਦੇ ਵਿੱਚ ਵਚਨ ਦੇ ਉੱਤੇ ਆਧਾਰਿਤ ਸਾਡੀ ਨੇਚਾ ਨਹੀਂ ਹੈ, ਸਾਡੀਆਂ ਗੱਲਾਂ ਵਚਨ ਉੱਤੇ ਆਧਾਰਿਤ ਨਹੀਂ ਹਨ, ਤਾਂ ਉਹ ਤੁਹਾਡੇ ਲਈ ਨਹੀਂ ਹੋਵੇਗਾ। ਤੁਹਾਡੇ ਲਈ ਅਗਰ ਤੁਸੀਂ ਆਪਣੇ ਲਈ ਬੁਰੀਆਂ ਗੱਲਾਂ ਨੂੰ ਬੋਲਦੇ ਹੋ ਔਰ ਉਸ ਤਰੀਕੇ ਦੀ ਸੋਚ ਰੱਖਦੇ ਹੋ ਤਾਂ ਜਿਸ ਤਰ੍ਹਾਂ ਦੀ ਬੰਦੇ ਦੀ ਸੋਚ ਹੁੰਦੀ ਹੈ, ਬਾਈਬਲ ਦੱਸਦੀ ਹੈ ਕਿ ਉਦਾਂ ਦਾ ਹੀ ਮਨੁੱਖ ਹੁੰਦਾ ਹੈ। ਜਿਸ ਤਰ੍ਹਾਂ ਦੇ ਉਹਦੇ ਖਿਆਲ ਹੁੰਦੇ ਨੇ ਉਸੇ ਤਰ੍ਹਾਂ ਦਾ ਮਨੁੱਖ ਹੁੰਦਾ ਹੈ। ਸੋ ਅਸੀਂ ਦੇਖਣਾ ਹੈ ਕਿ ਸਾਡੇ ਖਿਆਲ, ਸਾਡੇ ਵਿਚਾਰ ਕਿਸ ਤਰ੍ਹਾਂ ਦੇ ਨੇ।
ਸੋ ਇਸ ਲਈ ਪਰਮੇਸ਼ਰ ਦਾ ਵਚਨ ਬਹੁਤ ਹੀ ਸਪਸ਼ਟਤਾ ਨਾਲ ਦੱਸਦਾ ਹੈ ਕਿ ਅਸੀਂ ਜਦੋਂ ਆਪਣੇ ਮੂੰਹ ਤੋਂ ਬੋਲਦੇ ਹਾਂ ਉਸ ਗੱਲ ਨੂੰ ਵਿਅਰਥ ਨਾ ਸਮਝੀਏ, ਛੋਟੀ ਗੱਲ ਨਾ ਸਮਝੀਏ, ਕਿਉਂਕਿ ਇਹ ਜਿਹੜੀ ਮੂੰਹ ਚੋਂ ਨਿਕਲਦੀ ਹੋਈ ਗੱਲ ਹੈ ਇਹ ਛੋਟੀ ਨਹੀਂ ਹੈ, ਇਹ ਬਹੁਤ ਵੱਡੀ ਹੈ, ਕਿਉਂਕਿ ਇਹ ਪ੍ਰਭਾਵਸ਼ਾਲੀ ਹੈ। ਜਿਹੜੇ ਸ਼ਬਦ ਨੇ ਉਹ ਕੰਮ ਕਰਦੇ ਨੇ। ਕਿਸ ਤਰ੍ਹਾਂ ਕੰਮ ਕਰਦੇ ਨੇ? ਬਾਈਬਲ ਸਾਨੂੰ ਇੱਥੋਂ ਤੱਕ ਦੱਸਦੀ ਹੈ ਕਿ ਜਦੋਂ ਅਸੀਂ ਮੱਤੀ ਦੀ ਅੰਜੀਲ ਉਸ ਦੇ 12 ਦੀ 36 ਆਇਤ ਨੂੰ ਪੜ੍ਹਦੇ ਹਾਂ, ਪਰ ਮੈਂ ਤੁਹਾਨੂੰ ਆਖਦਾ ਕਿ ਭਾਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਂ ਦੇ ਦਿਨ ਉਹਦਾ ਹਿਸਾਬ ਦੇਣਗੇ। ਸੋ ਬਾਈਬਲ ਸਾਨੂੰ ਦੱਸਦੀ ਹੈ ਕਿ ਜੋ ਵੀ ਇਨਸਾਨ ਬੋਲਦਾ ਹੈ, ਜੋ ਵੀ ਅਕਾਰਥ ਗੱਲ ਇਨਸਾਨ ਆਪਣੇ ਮੂੰਹ ਤੋਂ ਬੋਲਦਾ ਹੈ, ਇੱਕ ਦਿਨ ਉਸ ਨੂੰ ਉਸ ਗੱਲ ਦਾ ਪਰਮੇਸ਼ਰ ਦੇ ਸਾਹਮਣੇ ਹਿਸਾਬ ਦੇਣਾ ਹੋਵੇਗਾ। ਸੋ ਧਿਆਨ ਦੇਈਏ ਕਿ ਕਿਹੜੀ ਅਕਾਰਥ ਗੱਲ ਅਸੀਂ ਆਪਣੇ ਮੂੰਹ ਤੋਂ ਬੋਲਦੇ ਹਾਂ। ਅਕਾਰਥ ਕੀ ਹੁੰਦਾ ਹੈ? ਕਿਹੜੀ ਗੱਲ ਅਕਾਰਥ ਹੈ? ਜਿਹੜੀ ਗੱਲ ਬਾਈਬਲ ਉੱਤੇ ਪਰਮੇਸ਼ਰ ਦੇ ਵਚਨ ਉੱਤੇ ਆਧਾਰਿਤ ਨਹੀਂ ਹੈ। ਜਿਹੜੀ ਗੱਲ ਤੁਹਾਨੂੰ ਪਰਮੇਸ਼ਰ ਦੇ ਵਚਨ ਮੁਤਾਬਕ ਵਿਸ਼ਵਾਸ ਕਰਨ ਵਾਲੇ ਨੂੰ ਜੋ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ, ਉਹ ਗੱਲਾਂ ਅਕਾਰਥ ਗੱਲਾਂ ਨੇ ਜਿਹੜੀਆਂ ਤੁਹਾਡੇ ਮੂੰਹ ਚੋਂ ਆਉਂਦੀਆਂ ਨੇ, ਜੋ ਵਚਨ ਤੋਂ ਉਲਟ ਹਨ। ਉਹ ਗੱਲਾਂ ਜਿਹੜੀਆਂ ਨੈਗੇਟਿਵਿਟੀ ਨਾਲ ਭਰੀਆਂ ਹੋਈਆਂ ਹਨ, ਜਿਨ੍ਹਾਂ ਦੇ ਵਿੱਚ ਨੇਚਾ ਨਹੀਂ ਹੈ, ਜਿਹੜੀ ਨੇਚਾ ਤੋਂ ਬਗੈਰ ਗੱਲ ਹੈ, ਜਿਹੜੀ ਗੱਲ ਪਰਮੇਸ਼ਰ ਦੇ ਵਚਨ ਤੋਂ ਬਗੈਰ ਹੈ, ਆਤਮਾ ਤੋਂ ਬਗੈਰ ਹੈ। ਅਗਰ ਅਸੀਂ ਉਹ ਗੱਲਾਂ ਬੋਲਦੇ ਹਾਂ, ਅਸੀਂ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਦੇ ਹਾਂ, ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਰੱਖਦੇ ਹਾਂ, ਤਾਂ ਅਸੀਂ ਅਕਾਰਥ ਗੱਲਾਂ ਕਰ ਰਹੇ ਹੁੰਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਨਿਆਂ ਵਾਲੇ ਦਿਨ ਅਕਾਰਥ ਗੱਲਾਂ ਜਿਹੜੀਆਂ ਅਸੀਂ ਬੋਲਦੇ ਹਾਂ, ਉਹ ਸਾਡਾ ਉਸੇ ਗੱਲਾਂ ਦੇ ਕਾਰਨ ਹਿਸਾਬ ਕੀਤਾ ਜਾਵੇਗਾ। ਬਾਈਬਲ 'ਚ ਲਿਖਿਆ ਹੈ, ਤੁਸੀਂ ਬੋਲਣ ਤੋਂ ਹੀ ਧਰਮੀ ਤੇ ਬੋਲਣ ਤੋਂ ਹੀ ਦੋਸ਼ੀ ਠਹਿਰੋਗੇ। ਸੋ ਧਿਆਨ ਦੇਈਏ, ਸਾਡੇ ਬੋਲ ਹੀ ਸਾਨੂੰ ਧਰਮੀ ਬਣਾ ਸਕਦੇ ਨੇ, ਸਾਡੇ ਬੋਲ ਹੀ ਸਾਨੂੰ ਪਾਪੀ ਠਹਿਰਾ ਸਕਦੇ ਨੇ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਅਸੀਂ ਆਪਣੇ ਬੋਲਾਂ ਦਾ, ਆਪਣੇ ਮੂੰਹ ਦੇ ਸ਼ਬਦਾਂ ਦਾ ਕੀ ਰੱਖਣਾ ਹੈ? ਹਿਸਾਬ ਰੱਖਣਾ ਹੈ ਕਿ ਅਸੀਂ ਕੀ ਬੋਲਦੇ ਹਾਂ। ਔਰ ਅਗਰ ਅਸੀਂ ਆਪਣੇ ਮੂੰਹ ਤੋਂ ਅਕਾਰਥ ਗੱਲ ਬੋਲਦੇ ਹਾਂ ਤਾਂ ਸਾਨੂੰ ਉਸ ਦਾ ਲੇਖਾ ਦੇਣਾ ਪਵੇਗਾ। ਸੋ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਆਓ ਅਸੀਂ ਆਪਣੇ ਮੂੰਹ ਨੂੰ, ਜਿਹੜਾ ਕਿ ਬਹੁਤ ਹੀ ਸਾਮਰਥ ਨਾਲ ਭਰਿਆ ਹੋਇਆ, ਪਰਮੇਸ਼ਰ ਨੇ ਤੁਹਾਡੇ ਮੂੰਹ ਦੇ ਵਿੱਚ, ਸਾਡੇ ਮੂੰਹ 'ਚ ਬੜੀ ਸਾਮਰਥ ਰੱਖੀ ਹੈ, ਔਰ ਇਸ ਸਾਮਰਥ ਜੀਭ ਦੇ ਵਿੱਚ ਹੈ। ਔਰ ਧਿਆਨ ਦਿਓ, ਬਾਈਬਲ 'ਚ ਅਸੀਂ ਜਦੋਂ ਪੜ੍ਹਦੇ ਹਾਂ ਕਹਾਵਤਾਂ ਦੀ ਕਿਤਾਬ, ਉਸ ਦਾ 18 ਅਧਿਆਇ ਤੇ ਉਹਦਾ 21 ਵਚਨ, ਕਹਾਵਤਾਂ 18 ਦੀ 21 ਦੇ ਵਿੱਚ ਲਿਖਿਆ, ਮੌਤ ਅਤੇ ਜਿਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ। ਸਾਰੇ ਜਣੇ ਬੋਲਾਂਗੇ ਔਰ ਦੇਖੀਏ ਇਸ ਗੱਲ ਨੂੰ ਦੁਹਰਾਈਏ। ਔਰ ਕੀ ਲਿਖਿਆ ਹੈ ਕਿ ਮੌਤ ਅਤੇ ਜੀਵਨ ਯਾਨੀ ਜਿਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ, ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਸ ਦਾ ਫਲ ਖਾਣਗੇ। ਸੋ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਆਪਣੇ ਸ਼ਬਦਾਂ ਨਾਲ, ਜੋ ਅਸੀਂ ਬੋਲਦੇ ਹਾਂ, ਜੋ ਸਾਡੀ ਪੋਜ਼ਿਟਿਵ ਥਿੰਕ ਹੈ ਔਰ ਜੋ ਅਸੀਂ ਚੰਗੀ ਸੋਚ ਸੋਚਦੇ ਹਾਂ, ਉਸ ਨਾਲ ਪ੍ਰੀਤ ਰੱਖਣ ਦੀ ਲੋੜ ਹੈ। ਔਰ ਬਾਈਬਲ ਦੱਸਦੀ ਹੈ ਕਿ ਜਿਹੜਾ ਆਪਣੇ ਸ਼ਬਦਾਂ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਜਾਣਦਾ ਹੈ ਕਿ ਮੈਂ ਆਪਣੇ ਮੂੰਹ ਤੋਂ ਅਕਾਰਥ ਗੱਲਾਂ ਨਹੀਂ ਬੋਲਾਂਗਾ, ਮੈਂ ਨਿਹਚਾ ਭਰੀਆਂ ਗੱਲਾਂ ਕਰਾਂਗਾ, ਮੈਂ ਵਿਸ਼ਵਾਸ ਭਰੀਆਂ ਗੱਲਾਂ ਕਰਾਂਗਾ, ਮੈਂ ਵਚਨ ਦੇ ਅਨੁਸਾਰ ਗੱਲਾਂ ਕਰਾਂਗਾ, ਮੈਂ ਜਾਣਦਾ ਕਿ ਮੇਰੇ ਲਈ ਪਰਮੇਸ਼ਰ ਉਹ ਕਰਨ ਜਾ ਰਿਹਾ ਹੈ ਜੋ ਮੇਰੇ ਲਈ ਅਸੰਭਵ ਹੈ, ਜੋ ਮੇਰੇ ਲਈ ਅਣਹੋਣਾ ਹੈ। ਪਰਮੇਸ਼ਰ ਉਹ ਮੇਰੇ ਲਈ ਕਰੇਗਾ ਜੋ ਮੇਰੇ ਲਈ ਮੈਂ ਨਹੀਂ ਕਰ ਸਕਦਾ, ਦੁਨੀਆ ਦੇ ਲੋਕ ਨਹੀਂ ਕਰ ਸਕਦੇ, ਮੇਰੇ ਪਰਿਵਾਰ ਦੇ ਮੈਂਬਰ ਨਹੀਂ ਕਰ ਸਕਦੇ, ਮੇਰੇ ਲਈ ਉਹ ਪਰਮੇਸ਼ਰ ਕਰ ਸਕਦਾ ਹੈ। ਸੋ ਮੇਰੇ ਸ਼ਬਦ ਪਰਮੇਸ਼ਰ ਦੇ ਸਾਹਮਣੇ ਠੀਕ ਹੋਣੇ ਚਾਹੀਦੇ ਹਨ। ਸੋ ਮੈਂ ਜਾਣਦਾ ਕਿ ਤੁਸੀਂ ਸਾਰੇ ਇਸ ਗੱਲ ਨੂੰ ਸਮਝ ਰਹੇ ਹੋ ਕਿ ਸਾਡੇ ਸ਼ਬਦ ਪਰਮੇਸ਼ਰ ਦੇ ਸਾਹਮਣੇ ਠੀਕ ਹੋਣੇ ਚਾਹੀਦੇ ਨੇ, ਸਾਡੀ ਪ੍ਰਾਰਥਨਾ ਪਰਮੇਸ਼ਰ ਦੇ ਸਾਹਮਣੇ ਠੀਕ ਹੋਣੀ ਚਾਹੀਦੀ ਹੈ। ਅਸੀਂ ਬਾਈਬਲ 'ਚ ਦੇਖਦੇ ਹਾਂ ਕਿ ਪ੍ਰਾਰਥਨਾ ਦੇ ਵੇਲੇ ਵੀ ਅਸੀਂ ਅਨਿਆ ਜਾਤੀਆਂ ਦੀ ਤਰ੍ਹਾਂ, ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਜਿਹੜੇ ਲੋਕ ਪਰਮੇਸ਼ਰ ਨੂੰ ਸੋਚਦੇ ਨੇ ਕਿ ਉਹ ਜ਼ਿਆਦਾ ਬੋਲਣ ਨਾਲ ਸ਼ਾਇਦ ਸੁਣੇਗਾ, ਬਕ ਕਰਦੇ ਨੇ, ਬਾਈਬਲ ਦੱਸਦੀ ਹੈ। ਤਾਂ ਆਪਣੇ ਮੂੰਹ ਤੋਂ ਅਕਾਰਥ ਗੱਲਾਂ ਨਹੀਂ ਬੋਲਣੀਆਂ, ਕਿਉਂਕਿ ਬੋਲਣ ਦੇ ਨਾਲ ਹੀ ਅਸੀਂ ਧਰਮੀ ਤੇ ਦੋਸ਼ੀ ਠਹਿਰ ਸਕਦੇ ਹਾਂ। ਔਰ ਇਸ ਲਈ ਬਾਈਬਲ ਦੱਸਦੀ ਹੈ ਕਿ ਜੀਵਨ ਤੇ ਮੌਤ ਮੂੰਹ ਦੇ ਵਸ ਵਿੱਚ ਹੈ, ਤੇ ਜਿਹੜਾ ਇਹਨਾਂ ਸ਼ਬਦਾਂ ਨਾਲ ਜਾਣਦਾ ਹੈ ਕਿ ਜਿਹੜਾ ਉਸ ਨਾਲ ਪ੍ਰੀਤ ਰੱਖਦਾ ਹੈ ਉਸ ਦਾ ਫਲ ਖਾਣਗੇ। ਕਹਾਵਤਾਂ ਦੀ 15 ਦੀ 4 ਆਇਤ ਵੀ ਦੱਸਦੀ ਹੈ, ਸੇਧ ਦੇਣ ਵਾਲੀ ਰਸਨਾ ਜਿਉਣ ਦਾ ਬ੍ਰਿਸ਼ ਹੈ। ਜਿਹੜੀ ਸੇਧ ਦੇਣ ਵਾਲੀ ਰਸਨਾ ਹੈ, ਰਸਨਾ ਮਤਲਬ ਤੁਸੀਂ ਸਮਝ ਰਹੇ ਹੋ ਕਿ ਜੀਭ ਜੋ ਹੈ, ਤੁਹਾਡੀ ਜਿਹੜੀ ਜੀਭ ਹੈ, ਅਗਰ ਉਹ ਸੇਧ ਦੇਣ ਵਾਲੀ ਹੈ ਤੇ ਉਹ ਕੀ ਹੈ? ਜਿਉਣ ਦਾ ਬ੍ਰਿਸ਼ ਹੈ, ਪਰ ਉਹਦੇ ਵਿੱਚ ਆਕੀਪੁਣਾ ਆਤਮਾ ਦਾ ਤੋੜਨਾ ਹੈ। ਤੁਸੀਂ ਸਭ ਸਮਝ ਰਹੇ ਹੋ ਕਿ ਆਤਮਾ ਦਾ ਤੋੜਨਾ, ਆਪਣੀ ਜੀਭ ਦੇ ਅਨੁਸਾਰ ਅਸੀਂ ਆਪਣੇ ਆਤਮਾ ਨੂੰ ਤੋੜ ਸਕਦੇ ਹਾਂ, ਆਤਮਾ ਨੂੰ ਅਸੀਂ ਨੁਕਸਾਨ ਪਹੁੰਚਾ ਸਕਦੇ ਹਾਂ। ਸਾਡੀ ਜੀਭ ਜਿਹੜੀ ਹੈਗੀ ਹੈ ਉਹ ਸਾਡੇ ਕਿੱਥੇ ਤੱਕ ਅਸਰ ਕਰਦੀ ਹੈ, ਸ਼ਬਦ ਜਿਹੜੇ ਨੇ ਉਹ ਕਿੱਥੇ ਤੱਕ ਜਾਂਦੇ ਨੇ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਹ ਆਤਮਾ ਤੱਕ ਕੰਮ ਕਰਦੇ ਨੇ। ਧਿਆਨ ਦੇਣ ਵਾਲੀ ਗੱਲ ਹੈ ਕਿ ਆਕੀਪੁਣਾ, ਅਗਰ ਤੁਹਾਡੇ ਲਿਖਿਆ ਹੈ ਕਿ ਪਰ ਉਹਦੇ ਵਿੱਚ ਆਕੀਪੁਣਾ, ਕਾਹਦੇ ਵਿੱਚ? ਜੀਭ ਦੇ ਵਿੱਚ ਆਕੀਪੁਣਾ ਤੁਹਾਡੀ ਜਿਹੜੀ ਆਤਮਾ ਨੂੰ ਵੀ ਕੀ ਕਰਦਾ ਹੈ? ਉਹ ਆਤਮਾ ਨੂੰ ਤੋੜਨਾ ਹੈ। ਸੋ ਬਹੁਤ ਸਾਰੇ ਲੋਕ ਆਤਮਾ ਵਿੱਚ ਨਿਰਾਸ਼ ਹੋ ਜਾਂਦੇ ਨੇ, ਆਤਮਾ ਵਿੱਚ
ਸੋਗ ਵਿੱਚ ਉਤਰ ਜਾਂਦੇ ਨੇ ਔਰ ਆਤਮਾ ਵਿੱਚ ਜ਼ਿਆਦਾ ਉਹ ਨਿਰਾਸ਼ਾ ਵਿੱਚ ਜਾਣ ਦੇ ਕਾਰਨ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ। ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਪ੍ਰਕਾਰ ਦੀਆਂ ਬਿਮਾਰੀਆਂ ਲਿਆਉਂਦੇ ਨੇ ਕਿਉਂਕਿ ਉਹਨਾਂ ਦੇ ਆਤਮਾ ਦੇ ਵਿੱਚ ਅੱਕੀਪੁਣਾ ਹੋ ਜਾਂਦਾ ਹੈ, ਉਹ ਅੱਕ ਜਾਂਦੇ ਨੇ। ਇਸ ਲਈ ਬਹੁਤ ਸਾਰੇ ਲੋਕ ਸੁਸਾਈਡ ਕਰ ਲੈਂਦੇ ਨੇ, ਬਹੁਤ ਸਾਰੇ ਲੋਕ ਆਪਣੇ ਜੀਵਨ ਦਾ ਨਾਸ਼ ਕਰ ਲੈਂਦੇ ਨੇ। ਔਰ ਬਾਈਬਲ ਇਸ ਲਈ ਦੱਸਦੀ ਹੈ ਕਿ ਜੀਵ ਹੈ ਛੋਟਾ ਜਿਹਾ ਅੰਗ ਪਰ ਇਹ ਭਵ ਚੱਕਰ ਨੂੰ ਅੱਗ ਲਾ ਦਿੰਦਾ ਹੈ। ਕਈ ਵਾਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਇਸ ਗੱਲ ਨੂੰ ਨਹੀਂ ਜਾਣਦੇ ਕਿ ਸਾਡੇ ਸ਼ਬਦ ਜਿਹੜੇ ਨੇ ਉਹ ਕਿੰਨੇ ਮਹੱਤਵਪੂਰਨ ਨੇ। ਜਦੋਂ ਉਹਨਾਂ ਸ਼ਬਦਾਂ ਦਾ ਦੁਰਪ੍ਰਯੋਗ ਕਰਦੇ ਨੇ ਤੇ ਉਹਨਾਂ ਦੇ ਸ਼ਬਦਾਂ ਦੇ ਕਾਰਨ ਬਹੁਤ ਸਾਰੇ ਲੋਕ ਹਰਟ ਹੋ ਕੇ, ਬਹੁਤ ਸਾਰੇ ਲੋਕ ਉਹਨਾਂ ਦੇ ਆਤਮਾ ਤੱਕ ਉਹ ਜ਼ਖਮ ਹੋ ਜਾਂਦੇ ਨੇ ਔਰ ਉਹ ਆਪਣੇ ਜੀਵਨ ਤੋਂ ਹੱਥ ਧੋ ਬੈਠਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਕੋਲੋਂ ਉਹਨਾਂ ਦੇ ਜੀਭ ਦੇ ਦੁਆਰਾ ਜ਼ਖਮ ਖਾਦੇ ਨੇ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਆਪਣੀ ਜੀਭ ਦੇ ਦੁਆਰਾ ਪਾਪ ਨਾ ਕਰੀਏ। ਮੇਰੇ ਅਜ਼ੀਜ਼ੋ, ਬਹੁਤ ਸਾਰੇ ਲੋਕ ਆਪਣੀ ਜੀਭ ਤੋਂ ਬਿਨਾਂ ਗਾਲ ਕੱਢੇ ਤੋਂ ਗੱਲ ਨਹੀਂ ਕਰਦੇ, ਉਹਨਾਂ ਦੇ ਮੂੰਹ 'ਚੋਂ ਗਾਲਾਂ ਆਉਂਦੀਆਂ ਨੇ। ਬਹੁਤ ਸਾਰੇ ਲੋਕ ਜਿਹੜੇ ਆਪਣੀ ਜੀਭ ਦੇ ਦੁਆਰਾ ਬੜੇ ਬੁਰੇ ਸ਼ਬਦ ਯੂਜ਼ ਕਰਦੇ ਨੇ ਦੂਜਿਆਂ ਵਾਸਤੇ। ਸੋ ਮੈਂ ਕਹਿਣਾ ਚਾਹੁੰਦਾ, ਕਈ ਵਾਰ ਸਾਨੂੰ ਲੱਗਦਾ ਕਿ ਇਹ ਸਧਾਰਨ ਗੱਲ ਹੈ ਪਰ ਜੀਭ ਹੀ ਇਨਸਾਨ ਨੂੰ ਅੱਗ ਦੇ ਵਿੱਚ, ਨਰਕ ਦੀ ਅੱਗ ਦੇ ਵਿੱਚ ਲੈ ਜਾਂਦੀ ਹੈ। ਸੋ ਇਸ ਲਈ ਯਾਦ ਰੱਖੋ, ਆਪਣੀ ਜੀਭ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਹੈ ਔਰ ਜੀਭ ਨੂੰ ਕਿਵੇਂ ਵਸ ਵਿੱਚ ਰੱਖਣਾ ਹੈ। ਤੁਸੀਂ ਜਾਣਦੇ ਹੋ ਬਾਈਬਲ 'ਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ। ਚਾਹੇ ਘੋੜਾ ਕਿੱਡਾ ਵੀ ਤਕੜਾ ਕਿਉਂ ਨਾ ਹੋਵੇ ਪਰ ਉਹਦੇ ਮੂੰਹ ਦੇ ਵਿੱਚ ਲਗਾਮ ਰੱਖੀ ਜਾਂਦੀ ਹੈ ਤਾਂ ਜੋ ਉਹਦਾ ਪੂਰਾ ਸਰੀਰ ਕੰਟਰੋਲ ਕੀਤਾ ਜਾ ਸਕੇ। ਜਹਾਜ਼ ਭਾਵੇਂ ਕਿੱਡਾ ਵੱਡਾ ਹੁੰਦਾ ਹੈ ਪਰ ਉਹਦਾ ਇੱਕ ਛੋਟਾ ਜਿਹਾ ਸਟਰਿੰਗ ਹੁੰਦਾ ਹੈ ਤੇ ਉਹ ਸਾਰੇ ਜਹਾਜ਼ ਨੂੰ ਕੀ ਕਰ ਦਿੰਦਾ ਹੈ, ਘੁਮਾ ਦਿੰਦਾ ਹੈ। ਸੋ ਅਸੀਂ ਜਾਣਦੇ ਹਾਂ ਇਸੇ ਤਰ੍ਹਾਂ ਇਨਸਾਨ ਦੀ ਜੀਭ ਹੈ। ਜਿਹੜੀ ਜੀਭ ਹੈ ਉਹਦੇ 'ਚ ਦੋ ਪ੍ਰਕਾਰ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ, ਜਦੋਂ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ ਤੇ ਬੜੇ ਧਰਮੀ ਬਣ ਜਾਂਦੇ ਨੇ ਪਰ ਜਿਵੇਂ ਧਾਰਮਿਕ ਸਥਾਨ ਤੋਂ ਬਾਹਰ ਨਿਕਲਦੇ ਨੇ ਤੇ ਉਹ ਫਿਰ ਉਸੇ ਤਰ੍ਹਾਂ ਦੇ ਪਾਪੀ ਸੁਭਾਅ ਦੇ ਵਿੱਚ ਆ ਜਾਂਦੇ ਨੇ। तो मैं दसना चाहना मेरे प्यारे भैन भरावो, एक झरने विचों दो तरह का पानी नहीं निकल सकता, ਜਾਂ ਤਾਂ ਉਹਦੇ 'ਚੋਂ ਖਾਰਾ ਨਿਕਲੇਗਾ ਜਾਂ ਮਿੱਠਾ ਨਿਕਲੇਗਾ। ਤੇ ਇਨਸਾਨ ਹੀ ਇੱਕ ਇਹੋ ਜਿਹਾ ਇਸ ਸੰਸਾਰ ਦੇ ਵਿੱਚ ਇੱਕ ਇਹੋ ਜਿਹਾ ਵਿਅਕਤੀ ਇਨਸਾਨ ਹੀ ਹੈ ਜੋ ਕੀ ਕਰਦਾ ਪਿਆ ਹੈ, ਆਪਣੇ ਮੂੰਹ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦਾ ਪਿਆ ਹੈ। ਉਹ ਸਾਰੀ ਸ੍ਰਿਸ਼ਟੀ ਵਿੱਚੋਂ ਮਨੁੱਖ ਹੀ ਇੱਕ ਇਹੋ ਜਿਹਾ ਵਿਅਕਤੀ ਦਿਖਾਈ ਦੇ ਰਿਹਾ ਜਿਹੜਾ ਕੀ ਕਰ ਰਿਹਾ ਹੈ, ਦੋ ਤਰ੍ਹਾਂ ਦੀਆਂ ਗੱਲਾਂ ਆਪਣੀ ਜ਼ੁਬਾਨ 'ਚੋਂ ਕੱਢ ਰਿਹਾ। ਦੋ ਤਰ੍ਹਾਂ ਦੀਆਂ ਗੱਲਾਂ, ਉਸੇ ਜ਼ੁਬਾਨ ਤੋਂ ਅਸੀਂ ਕਦੀ-ਕਦੀ ਧਰਮੀ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸੇ ਜ਼ੁਬਾਨ ਤੋਂ ਅਸੀਂ ਦੇਖਦੇ ਕਿ ਬਹੁਤ ਜਲਦੀ ਲੋਕ ਪਾਪੀ ਬਣ ਜਾਂਦੇ ਨੇ। ਸੋ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਇੱਕੋ ਜਿਹਾ ਆਪਣੇ ਆਪ ਨੂੰ ਬਣਾਓ ਪਰਮੇਸ਼ਰ ਦੇ ਵਚਨ ਦੇ ਮੁਤਾਬਕ। ਜੋ ਤੁਹਾਡੇ ਅੰਦਰ ਹੈ ਉਹੀ ਤੁਹਾਡੇ ਬਾਹਰ ਹੋਵੇਗਾ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਜੇ ਸਾਡੇ ਮੂੰਹ ਦੇ ਵਿੱਚੋਂ ਚੰਗੀਆਂ ਗੱਲਾਂ ਆਉਣਗੀਆਂ ਤਾਂ ਅਸੀਂ ਪਵਿੱਤਰ ਹੋ ਸਕਦੇ ਹਾਂ, ਕਿਉਂਕਿ ਬਾਈਬਲ ਦੱਸਦੀ ਹੈ ਕਿ ਮਨੁੱਖ ਦੇ ਜਿਹੜੇ ਸ਼ਬਦ ਨੇ, ਜੋ ਮਨੁੱਖ ਦੇ ਅੰਦਰੋਂ ਬਾਹਰ ਆਉਂਦਾ ਹੈ ਉਸ ਨੂੰ ਭ੍ਰਿਸ਼ਟ ਕਰਦਾ ਹੈ, ਕਿਉਂਕਿ ਹਰ ਤਰ੍ਹਾਂ ਦਾ ਪਾਪ ਮਨੁੱਖ ਦੇ ਅੰਦਰੋਂ ਹੀ ਬਾਹਰ ਆਉਂਦਾ ਹੈ। ਇਸ ਲਈ ਜੋ ਕੁਝ ਮਨ ਵਿੱਚ ਭਰਿਆ ਹੈ ਉਹੀ ਜ਼ੁਬਾਨ ਤੇ ਆਉਂਦਾ ਹੈ। ਤੇ ਆਪਣੇ ਮਨ ਵਿੱਚ ਪਰਮੇਸ਼ਰ ਦੇ ਵਚਨਾਂ ਨੂੰ ਤੇ ਉਸ ਦੇ ਨੇਚਰ ਨੂੰ, ਉਸ ਦੇ ਪ੍ਰੇਮ ਨੂੰ ਭਰ ਲਵੋ ਤਾਂ ਕਿ ਤੁਹਾਡੇ ਅੰਦਰੋਂ ਰੂਹ ਨਾਲ ਭੇਜੇ ਹੋਏ ਸ਼ਬਦ ਬਾਹਰ ਆਉਣ ਔਰ ਉਹ ਤੁਹਾਡੇ ਲਈ ਜ਼ਿੰਦਗੀ ਦਾ ਕਾਰਨ ਠਹਿਰਨ। ਨਾ ਕੇਵਲ ਤੁਹਾਡੇ ਲਈ ਪਰ ਤੁਹਾਡੇ ਸੁਣਨ ਵਾਲਿਆਂ ਦੇ ਲਈ ਵੀ ਉਹ ਜ਼ਿੰਦਗੀ ਦਾ ਤੇ ਬਰਕਤ ਦਾ ਕਾਰਨ ਬਣੇਗਾ। ਸੋ ਪਰਮੇਸ਼ਰ ਦਾ ਵਚਨ ਬਹੁਤ ਹੀ ਸੋਹਣਾ ਦੱਸਦਾ ਹੈ ਕਿ ਸੇਧ ਦੇਣ ਵਾਲੀ ਰਸਨਾ ਜਿਹੜੀ ਜੀਵਨ ਦਾ ਬ੍ਰਿਕਸ਼ ਹੈ। ਜੀਵਨ ਦਾ ਬ੍ਰਿਕਸ਼ ਜਾਣਦੇ ਹੋ, ਜ਼ਿੰਦਗੀ ਦੇਣ ਵਾਲਾ ਬ੍ਰਿਕਸ਼। ਜ਼ਿੰਦਗੀ ਦੇਣ ਵਾਲਾ ਬ੍ਰਿਕਸ਼ ਕਿਹੜਾ ਹੈ? ਸਾਡੀ ਚੰਗੀ ਰਸਨਾ। ਸੋ ਬਾਈਬਲ ਸਾਨੂੰ ਦੱਸਦੀ ਹੈ, ਅਗਰ ਕਹੋਤਾਂ ਦੀ 13 ਦੀ 3 ਆਇਤ ਨੂੰ ਪੜ੍ਹੋ ਤਾਂ ਲਿਖਿਆ, ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ, ਪਰ ਜੋ ਆਪਣੇ ਬੁੱਲਾਂ ਨੂੰ ਟੱਗਦਾ ਹੈ ਉਹਦੇ ਲਈ ਬਰਬਾਦੀ ਹੋਵੇਗੀ। ਸੋ ਬਾਈਬਲ ਸਾਨੂੰ ਦੱਸਦੀ ਹੈ ਕਿ ਜਿਹੜਾ ਆਪਣੇ ਬੁੱਲਾਂ ਨੂੰ ਨਹੀਂ ਰੋਕਦਾ ਮਕਰ ਬੋਲਣ ਤੋਂ, ਬੁਰਾਈ ਤੋਂ, ਤਾਂ ਉਹਦੇ ਲਈ ਬਰਬਾਦੀ ਹੁੰਦੀ ਹੈ। ਔਰ ਆਪਣੇ ਮੂੰਹ ਦੀ ਰਾਖੀ ਕਰਦਾ ਹੈ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ। ਸੋ ਤੁਸੀਂ ਸਾਰੇ ਸਮਝ ਗਏ ਹੋਵੋਗੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਕਿ ਅਗਰ ਆਪਣੀ ਜਾਨ ਦੀ ਪਾਲਣਾ ਕਰਨੀ ਹੈ ਤਾਂ ਆਪਣੇ ਮੂੰਹ ਦੀ ਰਾਖੀ ਕਰਨੀ ਬਹੁਤ ਜ਼ਰੂਰੀ ਹੈ। ਔਰ ਇਹ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਦੂਜਿਆਂ ਦੇ ਮੂੰਹ ਦੀ ਰਾਖੀ ਕਰਨ ਦੇ ਵਿੱਚ ਹਮੇਸ਼ਾ ਪਏ ਰਹਿੰਦੇ ਹਾਂ ਤੇ ਅਸੀਂ ਆਪਣੇ ਮੂੰਹ ਦੀ ਰਾਖੀ ਨਹੀਂ ਕਰ ਪਾਉਂਦੇ। ਬਹੁਤ ਸਾਰੇ ਲੋਕ ਦੂਜਿਆਂ ਨੂੰ ਕਹਿੰਦੇ ਰਹਿੰਦੇ ਨੇ ਕਿ ਮੂੰਹ ਬੰਦ ਰੱਖ, ਤੂੰ ਨਾ ਬੋਲ, ਪਰ ਕਦੀ-ਕਦੀ ਅਸੀਂ ਦੇਖਦੇ ਹਾਂ ਕਿ ਜੋ ਅਸੀਂ ਦੂਜਿਆਂ ਦੇ ਮੂੰਹ ਦੀ ਰਾਖੀ ਕਰਦੇ ਹਾਂ, ਕਿਰਪਾ ਅਸੀਂ ਆਪਣੇ ਹੀ ਮੂੰਹ ਦੀ ਕਿਉਂ ਨਾ ਰਾਖੀ ਕਰੀਏ। ਅਸੀਂ ਸਾਰੇ ਆਪਣੇ ਮੂੰਹ ਦੀ ਰਾਖੀ ਕਰੀਏ ਕਿ ਸਾਡੇ ਮੂੰਹ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਅਕਾਰਥ ਸ਼ਬਦ ਨਾ ਆਵੇ ਜਿਹੜਾ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਸੋ ਪਾਪ ਕੀ ਹੈ? ਬਹੁਤ ਸਾਰੇ ਲੋਕ ਪਾਪ ਦੇ ਬਾਰੇ ਅਲੱਗ-ਅਲੱਗ ਪਰਿਭਾਸ਼ਾ ਦਿੰਦੇ ਨੇ। ਕਈ ਲੋਕ ਖਾਣ ਪੀਣ ਵਾਲੀਆਂ ਕੁਝ ਚੀਜ਼ਾਂ ਨੂੰ ਵਰਜਦੇ ਨੇ ਕਿ ਇਹ ਪਾਪ ਹੋ ਜਾਂਦਾ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਡਾ ਜਿਹੜਾ ਇਨਸਾਨ ਜੋ ਪਾਪ ਕਰਦਾ ਹੈ ਉਹ ਆਪਣੇ ਮੂੰਹ ਤੋਂ ਕਰਦਾ ਹੈ। ਆਪਣੇ ਮੂੰਹ ਤੋਂ ਹੀ ਅਸੀਂ ਪਰਮੇਸ਼ਰ ਦਾ ਇਨਕਾਰ ਕਰ ਸਕਦੇ ਹਾਂ, ਆਪਣੇ ਮੂੰਹ ਤੋਂ ਹੀ ਅਸੀਂ ਉਸ ਦਾ ਇਕਰਾਰ ਕਰ ਸਕਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਤੇ ਮੌਤ ਦੋਨੋਂ ਜੀਭ ਦੇ
ਵਸ ਵਿੱਚ ਹਨ। ਸੋ ਇਸ ਲਈ ਆਪਣੇ ਮੂੰਹ ਤੋਂ ਅਸੀਂ ਪਰਮੇਸ਼ਰ ਦੇ ਵਚਨਾਂ ਦਾ ਇਕਰਾਰ ਕਰੀਏ, ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਮੂੰਹ ਤੋਂ ਲਿਆਈਏ, ਉਸ ਦਾ ਅੱਛਾ ਅੰਗੀਕਾਰ ਆਪਣੇ ਮੂੰਹ ਵਿੱਚ ਰੱਖੀਏ, ਤਾਂ ਨਿਸ਼ਚੈ ਤੁਸੀਂ ਉਸ ਦਾ ਫਲ ਖਾਓਗੇ। ਔਰ ਉਸ ਤੋਂ ਬਾਅਦ ਅਸੀਂ ਲਾਸਟ ਵਨ ਇੱਕ ਆਇਤ ਤੁਹਾਡੇ ਲਈ ਪੜ੍ਹਾਂਗੇ, ਇਬਰਾਨੀਆਂ ਦਾ ਖੱਤ ਉਸ ਦੇ 10 ਦੀ 23 ਆਇਤ ਦੇ ਵਿੱਚ ਲਿਖਿਆ ਹੈ, ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ। ਧਿਆਨ ਦਿਓ ਇਸ ਗੱਲ ਤੇ, ਲਿਖਿਆ ਹੈ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ। ਇਬਰਾਨੀਆਂ ਦੇ ਖੱਤ ਦੇ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਇਹ ਸਾਨੂੰ ਵਚਨ ਦੱਸਦਾ ਹੈ ਕਿ ਅਸੀਂ ਆਪਣੀ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜ ਰੱਖੀਏ। ਇਕਰਾਰ ਦਾ ਮਤਲਬ ਹੈ ਆਪਣੇ ਮੂੰਹ ਦੇ ਅੰਗੀਕਾਰ ਨੂੰ। ਅਸੀਂ ਆਸ ਰੱਖਦੇ ਹਾਂ, ਅਗਰ ਅਸੀਂ ਆਉਣ ਵਾਲੇ ਜੀਵਨ ਦੇ ਲਈ ਪਰਮੇਸ਼ਰ ਤੋਂ ਆਸ਼ਾ ਰੱਖਦੇ ਹਾਂ, ਅਗਰ ਅਸੀਂ ਆਸ਼ਾ ਰੱਖਦੇ ਹਾਂ ਕਿ ਪਰਮੇਸ਼ਰ ਇੱਕ ਦਿਨ ਸਾਨੂੰ ਉਹ ਆਪਣੇ ਉਸ ਆਰਾਮ ਵਾਲੀ ਜਗ੍ਹਾ ਤੇ, ਸੁਖਦਾਇਕ ਥਾਂ ਤੇ, ਉਸ ਸਵਰਗਾਂ ਦੇ ਵਿੱਚ ਲੈ ਕੇ ਜਾਵੇਗਾ, ਤਾਂ ਅਸੀਂ ਆਪਣੇ ਇਕਰਾਰ ਦੇ, ਆਸ ਦੇ ਵਚਨ ਨੂੰ, ਇਕਰਾਰ ਜਿਹੜਾ ਅਸੀਂ ਕੀਤਾ, ਤਕੜਾਈ ਨਾਲ ਫੜਨਾ ਹੈ। ਕਾਹਦੇ ਨਾਲ ਫੜਨਾ ਜੀ? ਤਕੜਾਈ ਦੇ ਨਾਲ। ਇੱਕ ਵਾਰੀ ਫੇਰ ਕਹਾਂਗਾ, ਕਾਹਦੇ ਨਾਲ? ਤਕੜਾਈ ਨਾਲ। ਕਿਉਂਕਿ ਢਿੱਲੇ ਹੋ ਕੇ ਨਹੀਂ ਸਰਨਾ, ਢਿੱਲੇ ਨਾ ਹੋਵੋ, ਇਸ ਆਸ ਦੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ, ਕਿਉਂਕਿ ਜਿਹਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ। ਜਿਹਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ। ਜਿਹਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ। ਸੋ ਮੈਂ ਪਰਮਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ। ਪਰਮੇਸ਼ਰ ਦਾ ਵਚਨ ਬਹੁਤ ਹੀ ਖੂਬਸੂਰਤੀ ਦੇ ਨਾਲ ਸਾਨੂੰ ਇਹ ਗੱਲਾਂ ਸਿਖਾਉਂਦਾ ਹੈ ਕਿ ਅਸੀਂ ਆਪਣੇ ਆਸ ਦੇ ਇਕਰਾਰ ਨੂੰ ਕਿੱਦਾਂ ਫੜਨਾ ਹੈ? ਤਕੜਾਈ ਦੇ ਨਾਲ। ਸੋ ਕਿੰਨੇ ਜਣੇ ਤੁਹਾਡੇ ਵਿੱਚੋਂ ਅੱਜ ਤੋਂ ਆਪਣੇ ਆਸ ਦੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖਣਗੇ? ਮੈਂ ਜਾਣਦਾ ਕਿ ਜੇ ਤੁਸੀਂ ਇਸ ਗੱਲ ਨੂੰ, ਵਚਨ ਨੂੰ ਬੜੇ ਧਿਆਨ ਨਾਲ ਸੁਣਿਆ ਹੈ, ਤਾਂ ਤੁਸੀਂ ਇਸ ਲਾਸਟ ਵਨ ਗੱਲ ਤੇ ਜ਼ਰੂਰ ਧਿਆਨ ਦਿਓਗੇ ਕਿ ਤੁਸੀਂ ਅਗਰ ਪਰਮੇਸ਼ਰ ਤੇ ਆਸ ਰੱਖੀ ਹੈ, ਅਗਰ ਤੁਸੀਂ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਲਿਆਂਦਾ ਹੈ, ਔਰ ਅਗਰ ਤੁਸੀਂ ਸੱਚੇ ਤੇ ਜਿਉਂਦੇ ਪਰਮੇਸ਼ਰ ਤੋਂ ਆਸ਼ਾ ਰੱਖਦੇ ਹੋ, ਔਰ ਅਗਰ ਤੁਹਾਡੀ ਆਸ਼ਾ ਸੱਚੇ ਜਿਉਂਦੇ ਪਰਮੇਸ਼ਰ ਉੱਤੇ ਹੈ, ਤਾਂ ਇਸ ਲਈ ਲਿਖਿਆ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀਏ। ਸੋ ਮੇਰੀ ਬੇਨਤੀ ਹੈ ਕਿ ਤਕੜੇ ਹੋਵੋ ਔਰ ਆਪਣੀ ਆਸ ਔਰ ਆਪਣੇ ਵਿਸ਼ਵਾਸ ਦੇ ਇਕਰਾਰ ਨੂੰ, ਜੋ ਅਸੀਂ ਮੂੰਹ ਤੋਂ ਕਰਦੇ ਹਾਂ ਅੰਗੀਕਾਰ, ਉਸ ਨੂੰ ਤਕੜਾਈ ਨਾਲ ਫੜੀ ਰੱਖੀਏ, ਔਰ ਸਾਡੇ ਮੂੰਹ ਤੋਂ ਕੋਈ ਇਹੋ ਜਿਹੀ ਗੱਲ ਨਾ ਆਵੇ ਜਿਹੜੀ ਸਾਨੂੰ ਕੀ ਕਰੇ? ਨਰਕ ਦੀ ਅੱਗ ਦੇ ਵਿੱਚ ਲੈ ਜਾਵੇ। ਇਸ ਲਈ ਬਾਈਬਲ ਦੱਸਦੀ ਹੈ ਕਿ ਜੀਭ ਬੇਸ਼ੱਕ ਇੱਕ ਛੋਟਾ ਜਿਹਾ ਅੰਗ ਹੈ, ਪਰ ਇਹ ਬਹੁਤ ਵੱਡਾ ਕੰਮ ਕਰਦਾ ਹੈ। ਮੈਂ ਫਿਰ ਤੋਂ ਕਹਾਂਗਾ, ਪਰਮੇਸ਼ਵਰ ਨੇ ਤੁਹਾਡੇ ਮੂੰਹ ਵਿੱਚ ਸਾਮਰਥ ਰੱਖੀ ਹੈ, ਔਰ ਤੁਹਾਡੇ ਇਹ ਸਾਮਰਥ ਤੁਹਾਡੀ ਜੀਭ ਦੇ ਵਿੱਚ ਹੈ, ਔਰ ਅਸੀਂ ਆਪਣੇ ਇਕਰਾਰ ਨੂੰ ਅਗਰ ਤਕੜਾਈ ਨਾਲ ਫੜੀ ਰੱਖੀਏ, ਤਾਂ ਇਹ ਸਾਮਰਥ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸ਼ਕਤੀ ਬਣ ਕੇ, ਪਰਮੇਸ਼ਵਰ ਦੀ ਸਾਮਰਥ ਬਣ ਕੇ ਵੱਡੇ ਕੰਮ ਕਰੇਗੀ। ਔਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਇਹਨਾਂ ਵਚਨਾਂ ਦੇ ਦੁਆਰਾ ਆਪਣੇ ਜੀਵਨ ਦੇ ਵਿੱਚ ਜ਼ਰੂਰ ਬਰਕਤ ਪਾਓਗੇ, ਔਰ ਆਪਣੇ ਮੂੰਹ ਨੂੰ ਪਰਮੇਸ਼ਵਰ ਦੀ ਮਹਿਮਾ ਲਈ ਇਸਤੇਮਾਲ ਕਰੋਗੇ, ਔਰ ਤੁਹਾਡੇ ਮੂੰਹ ਤੋਂ ਅੱਛੇ ਇਕਰਾਰ ਨਿਕਲਣਗੇ, ਔਰ ਤੁਸੀਂ ਦੇਖੋਗੇ ਬੇਸ਼ੱਕ ਸਾਰਾ ਸੰਸਾਰ ਕਿਸੇ ਪਾਸੇ ਜਾ ਰਿਹਾ ਨਾਸ਼ ਦੇ ਵੱਲ, ਪਰ ਪਲਟ ਕੇ ਤੁਹਾਡੀ ਜੀਭ ਤੁਹਾਨੂੰ ਜ਼ਿੰਦਗੀ ਦੇ ਵੱਲ ਲੈ ਕੇ ਜਾ ਰਹੀ ਹੈ, ਕਿਉਂਕਿ ਜ਼ਿੰਦਗੀ ਤੁਹਾਡੀ ਜੀਭ ਦੇ ਵਿੱਚ ਹੈ। ਜੇ ਤੁਸੀਂ ਆਪਣੀ ਜੀਭ ਤੋਂ ਪਰਮੇਸ਼ਰ ਦਾ ਇਕਰਾਰ ਕਰਦੇ ਹੋ, ਤਾਂ ਆਸ ਦੇ ਇਸ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੋ, ਤਾਂ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੇ ਕੰਮ ਕਰ ਸਕੇ। ਗॉड ਬਲੈਸ ਯੂ। ਸ਼ਾਲੋਮ। ਪ੍ਰਭੂ ਬਰਕਤ।